ਜਿਹੜੀ ਗੱਲਬਾਤ ਹੈ ਇਸਲਾਮਾਬਾਦ ਡਾਇਲੋਗ ਉਹਨੂੰ ਇਜ਼ਰਾਈਲ ਕਿਸੇ ਕੰਢੇ ਲੱਗਣ ਦੇਗਾ। ਔਰ ਇਹ ਹੈ ਕਿ ਵੀ ਜੇ ਕੀ ਇਹ 2 ਹਫ਼ਤੇ ਦਾ ਟਾਈਮ ਕਿਤੇ ਇੱਕ ਡਿਸੈਪਸ਼ਨ ਤਾਂ ਨਹੀਂ ਹੈ, ਜਿਵੇਂ ਪਹਿਲਾਂ 2 ਵਾਰ ਈਰਾਨ ਦੇ ਨਾਲ ਗੱਲਬਾਤ ਸ਼ੁਰੂ ਕਰਕੇ ਫਿਰ ਉਹਨੂੰ ਨਿਸ਼ਾਨਾ ਬਣਾਇਆ ਗਿਆ। ਮੈਜੋਰਿਟੀ ਲੋਕਾਂ ਦਾ ਫੋਕਸ ਤਾਂ ਈਰਾਨ 'ਚ ਕੀ ਹੋ ਰਿਹਾ ਜਾਂ ਈਰਾਨ ਵੱਲੋਂ ਜਿਹੜਾ ਜਵਾਬੀ ਉਹਨਾਂ ਤੇ ਗਲਫ ਸਟੇਟਸ ਦੇ ਉੱਤੇ ਅਟੈਕ, ਉਹਨਾਂ ਦਾ ਕੀ ਨੁਕਸਾਨ ਹੋਇਆ, ਕਿੰਨੇ ਬੰਦੇ ਮਰੇ, ਉਹਨਾਂ ਦਾ ਲੇਕਿਨ ਇਸ ਸਾਰੇ ਦੀ ਆੜ ਦੇ ਵਿੱਚ ਇਜ਼ਰਾਈਲ ਨੇ ਲਬਨਾਨ 'ਚ ਹਿਜ਼ਬੁੱਲਾ ਦੇ ਉੱਤੇ ਹਮਲੇ ਦੇ ਨਾਂ ਥੱਲੇ ਫੌਜ ਵੀ ਉਤਾਰੀ, ਜ਼ਮੀਨੀ ਫੌਜ ਵੀ, ਹਵਾਈ ਹਮਲੇ ਵੀ, ਔਰ ਇਹ ਵੀ ਕਿਹਾ ਕਿ ਜੀ ਜਿੰਨੀ ਅਸੀਂ ਜ਼ਮੀਨ ਜਿਹੜੀ ਹੈ ਉਹ ਕਬਜ਼ੇ 'ਚ ਕਰਾਂਗੇ ਉਹਨੂੰ ਅਸੀਂ ਛੱਡਾਂਗੇ ਨਹੀਂ। ਪਿਛਲੇ 24 ਘੰਟੇ 'ਚ ਇਹਨਾਂ 40 ਦਿਨਾਂ 'ਚ ਸਭ ਤੋਂ ਜ਼ਿਆਦਾ ਜਿਹੜੀ ਬੰਬਾਰੀ ਉਹਨਾਂ ਦੇ ਉੱਤੇ ਹਰ ਮਿੰਟ ਦੇ ਵਿੱਚ ਕੀਤੀ ਗਈ। ਸੈਂਕੜਿਆਂ ਜ਼ਖਮੀ ਨੇ, ਦਰਜਨਾਂ ਮਾਰੇ ਗਏ ਨੇ। ਔਰ ਨੇਤਨਯਾਹੂ ਵੱਲੋਂ ਇਹ ਕਿਹਾ ਗਿਆ ਆਪਣਾ ਮੈਸੇਜ ਕਿ ਜੀ ਇਸ ਸਮਝੌਤੇ 'ਚ ਜਿਹੜਾ ਲਬਨਾਨ ਸ਼ਾਮਲ ਨਹੀਂ ਸੀ। ਤੁਸੀਂ ਇੱਕ ਨੈਰੇਟਿਵ ਦੀ ਲੜਾਈ ਵੀ ਕਹਿ ਸਕਦੇ ਹੋ, ਪਰ ਇਜ਼ਰਾਈਲ ਜਿਹੜਾ ਉਹ ਸਪੋਇਲਰ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਵਰਸ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਸ਼। ਜੀ ਡਾਕਟਰ ਸਾਹਿਬ, ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 8 ਅਪ੍ਰੈਲ 2026 26 ਚੇਤ ਨਾਨਕ ਚੇ ਸੰਮਤ 557 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਵੱਲੋਂ। ਸੋ ਇਹਨਾਂ ਨੇ TV 84 ਦੀ ਵੱਧ ਤੋਂ ਵੱਧ ਮਾਈਕ ਸਾਥ ਕਰਨ ਲਈ ਕਿਹਾ ਹੈ ਔਰ ਨਾਲ ਹੀ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੰਗਬੰਦੀ ਦੇ ਹਵਾਲੇ ਨਾਲ ਕਿ ਜਿਸ ਤਰ੍ਹਾਂ ਕਿ ਅਮਰੀਕਾ ਅਤੇ ਪਾਕਿਸਤਾਨ ਵਿੱਚ 24 ਘੰਟੇ ਪਹਿਲਾਂ ਹੋਈ ਜੰਗਬੰਦੀ ਨੂੰ ਤੋੜਨ ਲਈ ਇਜ਼ਰਾਈਲ ਵੱਲੋਂ ਲਬਨਾਨ ਤੇ ਜਿਹੜਾ ਬੜਾ ਘਾਤਕ ਜਿਹੜਾ ਹਮਲਾ ਕੀਤਾ ਗਿਆ। ਸੋ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੰਗਬੰਦੀ ਸਮਝੌਤੇ ਵਿੱਚ ਲਬਨਾਨ ਸ਼ਾਮਲ ਨਹੀਂ ਹੈ। ਈਰਾਨ ਵੱਲੋਂ ਮੋੜਵੀਂ ਧਮਕੀ ਦਿੱਤੀ ਗਈ ਹੈ ਜੇ ਇਜ਼ਰਾਈਲ ਵੱਲੋਂ ਲਬਨਾਨ ਤੇ ਹਮਲੇ ਬੰਦ ਨਹੀਂ ਕੀਤੇ ਜਾਂਦੇ ਤਾਂ ਜੰਗਬੰਦੀ ਜਿਹੜੀ ਹੈ ਖਤਮ ਵੀ ਹੋ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਨਿਊਯਾਰਕ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ।
ਸੰਤ ਪ੍ਰੇਮ ਸਿੰਘ ਬਹੁਤ ਵੱਡੀ ਸ਼ਖਸੀਅਤ ਹੋਏ ਨੇ ਖਾਲਸਾ ਪੰਥ ਦੀ, ਜਿੱਥੇ ਉਹਨਾਂ ਨੇ ਧਾਰਮਿਕ ਤੌਰ 'ਤੇ ਬਹੁਤ ਜ਼ਿਆਦਾ ਅੰਮ੍ਰਿਤ ਸੰਚਾਰ ਔਰ ਸਿੱਖੀ ਦੇ ਨਾਲ ਜੋੜਨ ਦੀ ਮੁਹਿੰਮ ਜਿਹੜੀ ਹੈ ਉਹ ਚਲਾਈ। ਉੱਥੇ ਉਹ ਸਿਆਸੀ ਤੌਰ 'ਤੇ ਵੀ ਪੂਰੀ ਤਰ੍ਹਾਂ ਜਾਗਰੂਕ ਸਨ। 1930 ਦੇ ਵਿੱਚ ਅਕਾਲੀ ਦਲ ਵੱਲੋਂ ਉਹ MLA ਵੀ ਬਣੇ ਔਰ 47 ਤੋਂ ਬਾਅਦ ਜਿਹੜਾ ਭਾਈਚਾਰਾ ਬੜੀ ਬੁਰੀ ਤਰ੍ਹਾਂ ਪਛੜਿਆ ਹੋਇਆ ਔਰ ਸੀ, ਉਹਨਾਂ ਨੇ ਕਿਵੇਂ ਇੱਧਰਲੇ ਪੰਜਾਬ ਦੇ ਵਿੱਚ ਖਾਸ ਥਾਵਾਂ ਦੇ ਉੱਤੇ ਇੱਕ ਥਾਂ 'ਤੇ ਇਕੱਠੇ ਤੌਰ 'ਤੇ ਵਸਾਇਆ ਵੀ, ਉਹਨਾਂ ਦੀ ਜਿਹੜੀ ਹੈ ਉਹ ਸਿਆਸੀ ਤਾਕਤ ਵੀ ਬਣੀ। ਔਰ ਸਭ ਤੋਂ ਵੱਡੀ ਗੱਲ ਫਿਰ ਸਿੱਖੀ ਦੇ ਨਾਲ ਨਾਲ ਐਜੂਕੇਸ਼ਨ ਦੇ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਦੇ ਨਾਂ ਦੇ ਉੱਤੇ ਐਜੂਕੇਸ਼ਨ ਇੰਸਟੀਟਿਊਸ਼ਨਸ ਨੇ ਲੁਬਾਣਾ ਭਾਈਚਾਰੇ ਨੂੰ ਬਹੁਤ ਜਿਹੜਾ ਉਹ ਅੱਗੇ ਖੜਿਆ ਔਰ ਦੁਨੀਆ ਭਰ ਦੇ ਵਿੱਚ। ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਤਿਹਾਸਕ ਤੌਰ 'ਤੇ ਜਦੋਂ ਅਸੀਂ ਬਾਬਾ ਮੱਖਣ ਸ਼ਾਹ ਲੁਬਾਣਾ ਔਰ ਲੱਖੀ ਸ਼ਾਹ ਵਣਜਾਰਾ ਇਹਨਾਂ ਦਾ ਜ਼ਿਕਰ ਕਰਦੇ ਹਾਂ, ਇਤਿਹਾਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਇਸ ਭਾਈਚਾਰੇ ਦਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਬਾ ਪ੍ਰੇਮ ਸਿੰਘ ਇੱਕ ਉਸ ਪੈਟਰਨ ਸੇਂਟ ਵਾਂਗ ਨੇ ਜਿਨ੍ਹਾਂ ਨੇ ਸਿੱਖੀ ਦੀਆਂ ਜਿਹੜੀਆਂ ਜੜ੍ਹਾਂ ਵੀ ਮਜ਼ਬੂਤ ਕੀਤੀਆਂ ਔਰ ਉਸ ਦੇ ਨਾਲ ਨਾਲ ਜਿਹੜਾ ਐਜੂਕੇਸ਼ਨ ਔਰ ਆਰਥਿਕ ਪ੍ਰੋਗਰੈਸ ਦੇ ਵਿੱਚ ਵੀ ਬਹੁਤ ਵੱਡੀ ਜਿਹੜੀ ਹੈ ਉਹਨਾਂ ਦੀ ਕੰਟਰੀਬਿਊਸ਼ਨ ਹੈ। ਔਰ ਸਾਨੂੰ ਜਿਹੜੇ ਸਾਡੇ ਵੀਰ ਇਸ ਸੁਸਾਇਟੀ ਦੇ ਨਿਊਯਾਰਕ ਦੇ ਵਿੱਚ ਮੈਂਬਰ ਨੇ, ਪ੍ਰਮੁੱਖ ਤੌਰ 'ਤੇ ਆਗੂ ਨੇ, ਉਹਨਾਂ ਦੇ ਵਿੱਚ ਭਾਈ ਕੁਲਵੰਤ ਸਿੰਘ ਮਿਆਣੀ ਜਿਹੜੇ ਲਗਭਗ 4 ਦਹਾਕਿਆਂ ਤੋਂ ਹੀ ਸਾਡੇ ਖਾਲਿਸਤਾਨ ਦੇ ਸਫ਼ਰ ਦੇ ਪਾਂਧੀ ਵੀ ਨੇ। ਇਸੇ ਤਰ੍ਹਾਂ ਸਰ ਰਛਪਾਲ ਸਿੰਘ ਪ੍ਰਧਾਨ ਨੇ ਇਸ ਸੁਸਾਇਟੀ ਦੇ, ਸਰ ਹਰਜੀਤ ਸਿੰਘ ਜਿਹੜੇ ਨੇ ਉਹ ਪ੍ਰਮੁੱਖ ਮੈਂਬਰਾਂ 'ਚੋਂ ਨੇ, ਕਸ਼ਮੀਰ ਸਿੰਘ ਐਡਵੋਕੇਟ, ਮਾਸਟਰ ਹਰਦੇਵ ਸਿੰਘ, ਚੇਤਨ ਸਿੰਘ ਚੇਅਰਮੈਨ ਨੇ, ਮਹਿੰਦਰ ਸਿੰਘ ਫਿਰੋਜ਼ ਸੈਕਟਰੀ ਨੇ ਔਰ ਮਾਸਟਰ ਨੌਰੰਗ ਸਿੰਘ ਇਹਨਾਂ ਦੇ ਪ੍ਰਮੁੱਖ ਆਗੂਆਂ 'ਚੋਂ ਨੇ। ਔਰ ਇਹ ਹਮੇਸ਼ਾ ਹੀ ਕਿਉਂਕਿ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਔਰ ਵੈਸੇ ਵੀ ਬਾਬਾ ਮੱਖਣ ਸ਼ਾਹ ਲੁਬਾਣਾ ਮੈਨੇਜਮੈਂਟ ਸ਼ੁਰੂ ਤੋਂ ਹੀ ਸਾਡੇ ਨਾਲ ਸਨੇਹ ਵੀ ਕਰਦੇ ਰਹੇ ਨੇ। ਡਾਕਟਰ ਰਣਜੀਤ ਸਿੰਘ ਜਿਹੜੇ ਸਿਧਾਂਤਕ ਤੌਰ 'ਤੇ ਹਮੇਸ਼ਾ ਠੀਕ ਧਿਰ ਨਾਲ ਖਲੋਣ ਵਾਲੇ ਸਨ, ਉਹ ਵੀ ਇੱਕ ਪੂਰੀ ਤਰ੍ਹਾਂ, ਜਿੱਥੇ ਵੀਰ ਕੁਲਵੰਤ ਸਿੰਘ ਮਿਆਣੀ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਆ, ਉਹਨਾਂ ਦੇ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਕਰਦੇ ਨੇ, ਉੱਥੇ ਪੰਥਕ ਪਲੇਟਫਾਰਮ ਤੋਂ ਵੀ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਦਾ ਯੋਗਦਾਨ ਬੜਾ ਯੂਨੀਕ ਹੈ। ਸੋ ਅਸੀਂ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਕੱਲ੍ਹ ਦਾ ਪ੍ਰੋਗਰਾਮ ਜਿਹੜਾ ਜ਼ਾਹਰ ਹੈ ਕਿ ਜਦੋਂ ਅਸੀਂ ਕੀਤਾ ਉਦੋਂ ਤੱਕ ਉਹੀ ਵਕਤ ਸੀ ਜਦੋਂ ਕਿ ਜੰਗਬੰਦੀ ਦਾ ਐਲਾਨ ਹੋਇਆ 2 ਹਫ਼ਤੇ ਦੇ ਲਈ ਸੀਜ਼ਫਾਇਰ, ਔਰ 10 ਅਪ੍ਰੈਲ ਤੋਂ ਇਸਲਾਮਾਬਾਦ ਦੇ ਵਿੱਚ, ਜਿਸ ਨੂੰ ਇਸਲਾਮਾਬਾਦ ਡਾਇਲੋਗ ਦਾ ਨਾਂ ਦਿੱਤਾ ਗਿਆ, ਉਸ ਦੇ ਵਿੱਚ ਅਮਰੀਕਾ ਔਰ ਈਰਾਨ ਦੇ ਨੁਮਾਇੰਦਿਆਂ ਵਿਚਾਲੇ ਪਾਕਿਸਤਾਨ ਜਿਹੜਾ ਮੁੱਖ ਤੌਰ 'ਤੇ ਵਿਚੋਲਗੀ ਕਰਨ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਹੈ। ਹਾਲਾਂ ਉਹਨਾਂ ਦੇ ਨਾਲ ਇਜਿਪਟ ਵੀ ਔਰ ਤੁਰਕੀਆ ਦਾ ਵੀ ਰੋਲ ਹੈ, ਕੰਸਲਟੇਸ਼ਨ ਸਾਊਦੀ ਅਰੇਬੀਆ ਔਰ ਬਾਕੀ ਜਿਹੜੀਆਂ ਖਾੜੀ ਸਟੇਟਾਂ ਨੇ ਉਹਨਾਂ ਦੇ ਨਾਲ, ਗਲਫ ਸਟੇਟਸ ਦੇ ਨਾਲ ਵੀ ਹੈ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਕੱਲ੍ਹ ਸ਼ਾਮ ਜਦੋਂ ਕਿ ਇਹ ਜੰਗਬੰਦੀ ਦਾ ਐਲਾਨ ਹੁੰਦਾ, ਦੁਨੀਆ ਨੇ ਸੁੱਖ ਦਾ ਸਾਹ ਲਿਆ। ਆਇਲ ਪ੍ਰਾਈਸਿਸ ਵੀ ਥੱਲੇ ਬਹੁਤ ਡਿੱਗੀਆਂ, ਸਟਾਕ ਮਾਰਕੀਟ, ਸ਼ੇਅਰ ਮਾਰਕੀਟਸ ਦੁਨੀਆ ਦੇ ਵਿੱਚ ਗਈਆਂ, ਉਛਾਲ ਆਇਆ ਔਰ ਇਹ ਸਾਰੇ 'ਚ ਇੱਕ ਹੋਪ ਵੀ ਜਗੀ ਕਿਉਂਕਿ ਦੋਨੋਂ ਪਾਸਿਓਂ ਹੀ ਪ੍ਰੈਜ਼ੀਡੈਂਟ ਟਰੰਪ ਵੱਲੋਂ ਵੀ ਜਿਹੜਾ ਕਿ ਵੀਕਐਂਡ ਤੱਕ ਅਸੀਂ ਦੇਖਦੇ ਹਾਂ ਔਰ ਈਵਨ ਉਸ ਤੋਂ ਇੱਕ ਦਿਨ ਬਾਅਦ ਤੱਕ ਉਹਨਾਂ ਦਾ ਜਿਹੜਾ ਬਿਆਨੀਆ ਸੀ ਉਹ ਤਾਂ ਟੋਟਲ ਤਬਾਹੀ, ਸਿਵਲਾਈਜੇਸ਼ਨ ਦੀ ਸਫਾਈ ਹਸਤੀ ਤੋਂ ਮਿਟਾ ਦੇਣਾ, ਸਟੋਨ ਏਜ ਤੱਕ ਲੈ ਜਾਣਾ, ਇਹ ਸੀ। ਲੇਕਿਨ ਮੈਂ ਸਮਝਦਾ ਕਿ ਭਾਈ ਇਸ ਜੰਗਬੰਦੀ ਨਾਲ ਜਿੱਥੇ ਉਹਨਾਂ ਵੱਲੋਂ ਵੀ ਇਹ ਇਜ਼ਹਾਰ ਕੀਤਾ ਗਿਆ ਲਿਖਤ ਦੇ ਵਿੱਚ ਕਿ ਵੀ ਜਿਹੜਾ ਈਰਾਨ ਨੇ 10 ਨੁਕਾਤੀ ਆਪਣਾ ਏਜੰਡਾ ਜਾਂ ਫਾਰਮੂਲਾ ਦਿੱਤਾ ਹੈ ਉਹ ਬੇਸਿਸ ਬਣ ਸਕਦਾ ਹੈ ਗੱਲਬਾਤ ਦਾ। ਔਰ ਉਸ ਦੀਆਂ ਪ੍ਰਮੁੱਖ ਸ਼ਰਤਾਂ ਤੋਂ ਜਦੋਂ ਤੁਸੀਂ ਉਹ ਸਾਰੇ ਡਰਾਫਟ ਨੂੰ ਜਦੋਂ ਜੰਗਬੰਦੀ ਦੇ ਨਾਲ, ਕਿਉਂਕਿ ਅਜੇ ਬੇਸਿਕਲੀ ਜਿਹੜਾ ਅਮਨ ਸਮਝੌਤਾ ਤਾਂ ਹੋਣਾ, ਇਹ ਟੈਂਪਰੇਰੀ ਜੰਗਬੰਦੀ ਹੈ, ਪਰ ਉਹਦੇ ਜਿਹੜੇ ਮੁੱਢਲੇ ਡਰਾਫਟ ਤੋਂ ਜੇ ਤੁਸੀਂ ਬਹੁਤ ਵਕੀਲਾਂ ਵਾਲੀਆਂ ਜਿਹੜੀਆਂ ਨੇ ਉਹ ਵਾਲ ਦੀ ਖੱਲ ਲਾਉਣ ਵਾਲੀ ਗੱਲ ਨਾ ਕਰੋ ਤਾਂ ਇਹ ਸਮਝ ਆ ਰਹੀ ਸੀ ਕਿ ਵੀ ਇਸ ਸਾਰੇ ਦੇ ਵਿੱਚ
ਇਹ ਇੱਕ ਕੰਪੈਕਟ ਡੀਲ ਹੈ ਕਿਉਂਕਿ ਖਾੜੀ ਦੇਸ਼ਾਂ ਦੇ ਬਿਹਾਫ ਤੇ ਵੀ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਉਸ 'ਚ ਮੈਂਸ਼ਨ ਕੀਤਾ ਸੀ, ਜਿਹਦਾ ਮਤਲਬ ਸੀ ਕਿ ਕਿਉਂਕਿ ਈਰਾਨ ਨੇ ਆਪਣੇ ਟਾਰਗੇਟ ਦੇ ਉੱਤੇ ਸਾਊਦੀ ਅਰੇਬੀਆ, UAE, ਕਤਰ ਔਰ ਇਹਨਾਂ ਸਾਰਿਆਂ ਨੂੰ ਵੀ ਲਿਆ ਹੋਇਆ ਸੀ। ਔਰ ਜ਼ਾਹਰ ਹੈ ਕਿ ਜਦੋਂ ਇਸ ਸਾਰੇ ਦੀ ਸ਼ੁਰੂਆਤ ਦੇ ਵੇਲੇ ਜਿਹੜੀ ਹਮਲਾ ਹੈ ਔਰ ਉਸ ਦੇ ਲਈ ਜਿਹੜਾ ਸਾਰਾ ਐਗਰੈਸਿਵ ਰੋਲ ਤਾਂ ਇਜ਼ਰਾਈਲ ਨੇ ਪਲੇ ਕੀਤਾ ਔਰ ਮੁੱਢਲੇ ਭਾਵੇਂ ਕੁਝ ਵਕਤ ਬਾਅਦ ਹੀ ਜਿਹੜਾ ਨੈਤਨਯਾਹੂ ਨੇ ਵੀ ਇਹਨੂੰ ਵੈਲਕਮ ਕੀਤਾ ਸੀ। ਸੋ ਇਹ ਸਮਝਿਆ ਜਾ ਰਿਹਾ ਸੀ ਕਿ ਵੀ ਇਹ ਇੱਕ ਕੰਪਰੈਹੈਂਸਿਵ ਤਿੰਨੋਂ ਹੀ ਤਾਕਤਾਂ, ਕਿਉਂਕਿ ਅਮਰੀਕਾ ਔਰ ਇਜ਼ਰਾਈਲ ਇੱਕ ਪਾਸੇ ਸੀ, ਈਰਾਨ ਜਿਹੜਾ ਉਹ ਵਿਕਟਮ ਸੀ, ਔਰ ਕਿ ਵੀ ਇਹ ਸਮਝੌਤਾ ਜਿਹੜਾ ਹੈ ਉਸ ਦੇ ਵਿੱਚ ਆਲ ਐਕਟੀਵਿਟੀ ਵਿਲ ਸੀਜ਼ ਅੰਗਰੇਜ਼ੀ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਬੰਦ ਕਰਨਾ। ਜਦੋਂ ਅਸੀਂ ਜੰਗ ਬੰਦੀ ਕਹਿੰਦੇ ਹਾਂ, ਸੀਜ਼ ਫਾਇਰ, ਕਿ ਜਿਹੜੀ ਫਾਇਰਿੰਗ ਹੈ ਜਾਂ ਦੂਜੀ ਉਹਨੂੰ ਸੀਜ਼ ਕਰ ਦੇਣਾ, ਇਸ ਤੋਂ ਹੀ ਕਈ ਸੀਜ਼ ਫਾਇਰ ਹੀ ਕਹੀ ਜਾਣਗੇ, ਪਰ ਇਹ ਸੀਜ਼ ਫਾਇਰ ਕਿ ਵੀ ਜੰਗ। ਲੇਕਿਨ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਔਰ ਇੱਕ ਗੱਲ ਜਿਹੜੀ ਕਿ ਬਹੁਤਿਆਂ ਨੂੰ ਹੈਰਾਨ ਕਰਨ ਵਾਲੀ ਵੀ ਸੀ ਕਿ ਜਦੋਂ ਇਹ ਗੱਲਬਾਤ ਚੱਲ ਵੀ ਰਹੀ ਸੀ ਕਿ ਅਮਰੀਕਨ ਪ੍ਰੈਜ਼ੀਡੈਂਟ ਜਾਂ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਜਾਂ ਸੈਕਟਰੀ ਆਫ ਵਾਰ ਨੇ ਇਹ ਕਿਹਾ ਸੀ ਕਿ ਜੀ ਅਸੀਂ ਇਹਨੂੰ 4-5 ਹਫ਼ਤੇ ਦੇ ਵਿੱਚ ਸਮੇਟ ਦਿਆਂਗੇ ਬਿਗਨਿੰਗ 'ਚ, ਫਿਰ ਮਿਡ ਦੇ 'ਚ ਆ ਕੇ ਕਿਹਾ ਵੀ ਅੱਧਿਓਂ ਜ਼ਿਆਦਾ ਅਸੀਂ ਹਾਸਲ ਕਰ ਲਿਆ। ਤੇ ਇੱਕ ਸਵਾਲ ਜਿਹੜਾ ਪੁੱਛਿਆ ਜਾ ਰਿਹਾ ਸੀ ਕਿ ਵੀ ਇਹ ਇਜ਼ਰਾਈਲ ਇਸ ਜੰਗ ਨੂੰ ਖਤਮ ਹੋਣ ਦੇਗਾ, ਕਿਉਂਕਿ ਉਹਦੇ ਏਜੰਡੇ ਦੇ ਉੱਤੇ ਜਾਂ ਉਹਦਾ ਤਾਂ ਇਹ ਕਹਿਣਾ ਵੀ ਈਰਾਨ ਉਹਦੇ ਲਈ ਐਗਜ਼ਿਸਟੈਂਸ਼ੀਅਲ ਥ੍ਰੈਟ ਹੈ ਔਰ ਇਸ ਲਈ ਉਹਨੂੰ ਮਿਟਾ ਦੇਣਾ, ਇਸ ਦੇ ਲਈ। ਔਰ ਇਹੀ ਕਾਰਨ ਹੈ ਅਸੀਂ ਜਦੋਂ ਹਮੇਸ਼ਾ ਇਹ ਕਿਹਾ ਵੀ ਅਮਰੀਕਾ ਦੀ ਇਹ ਜੰਗ ਨਹੀਂ ਹੈ, ਈਰਾਨ ਨੇ ਡਰੈਗ ਕੀਤਾ ਔਰ ਇਹ ਦੇਖ ਕੇ ਕਿ ਜੀ ਦੇਖੋ ਸਾਡੇ ਕੋਲ ਇਨਫੋਰਮੇਸ਼ਨ ਹੈ, ਸਾਰੇ ਇਹਨਾਂ ਦੇ ਲੀਡਰ ਜਿਹੜਾ ਅਲੀ ਖਮੀਨਾਈ ਵੀ ਔਰ IRA ਦਾ ਉਹਨਾਂ ਦਾ ਜਿਹੜਾ ਈਰਾਨ ਰੈਵੋਲੂਸ਼ਨਰੀ ਗਾਰਡ IRG ਦਾ ਹੈਡ ਵੀ ਤੇ ਨੰਬਰ 2 ਵੀ 3 ਵੀ ਇੱਕੋ ਹੀ ਅਸੀਂ ਗੋਚ ਸਾਰੇ ਐਲੀਮੀਨੇਟ ਕਰ ਦੇਣੇ ਨੇ ਔਰ ਰਜੀਮ ਚੇਂਜ ਹੋਏਗਾ, ਲੋਕ ਉੱਠ ਖੜੇ ਹੋਣਗੇ ਔਰ ਸਾਡਾ ਜਿਹੜਾ ਪਾਰਟ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਜਿਹੜੇ ਘਿਰੇ ਉਸ ਸਾਰੇ ਦੇ ਵਿੱਚ ਔਰ ਉਹ ਚਾਹੁੰਦੇ ਸੀ ਵੀ ਇਸ ਤੋਂ ਨਿਕਲਿਆ ਜਾਏ, ਕਿਉਂਕਿ ਇਸ ਸਾਰੇ 'ਚ ਅਸੀਂ ਲਗਾਤਾਰਤਾ ਨਾਲ ਇਹਨਾਂ 40 ਦਿਨਾਂ ਦੇ ਵਿੱਚ ਡਿਸਕਸ ਕਰਦੇ ਰਹੇ ਹਾਂ, ਕਿਉਂਕਿ ਜਿਸ ਦਿਨ 28 ਫਰਵਰੀ ਨੂੰ ਦੀ ਸ਼ੁਰੂਆਤ ਹੁੰਦੀ ਹੈ ਤੇ ਬੀਤੇ ਕੱਲ ਜਿਹੜਾ ਖਤਮ ਹੋਇਆ 40 ਦਿਨਾਂ ਦਾ ਪੀਰੀਅਡ ਹੈ ਔਰ ਇਹ ਇਸ 40ਸੇ ਦੀ ਹੋਰ ਕੀ ਅਹਿਮੀਅਤ ਹੈ ਉਹਦਾ ਵੀ ਅਸੀਂ ਜ਼ਿਕਰ ਕਰਾਂਗੇ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਪਿਛਲੇ 2 ਹਫ਼ਤੇ ਤੋਂ ਜਿਉਂ-ਜਿਉਂ ਸਾਰੇ ਜਿਹੜੇ ਹਥਿਆਰ ਨੇ, ਭਾਵੇਂ ਉਹ ਜ਼ਮੀਨੀ ਤੌਰ ਦੇ ਉੱਤੇ ਫੌਜ ਉਤਾਰਨ ਦੇ ਨਾਂ ਦੀ ਗੱਲ ਸੀ ਜਾਂ ਜਿਹੜਾ ਫੀਲਡ ਆਪਰੇਸ਼ਨ ਵੀਕਐਂਡ ਦੇ ਉੱਤੇ ਹੋਇਆ, ਹਾਲਾਂ ਉਹਦੇ 'ਚ ਇੱਕ ਲੈਫਟੀਨੈਂਟ ਕਰਨਲ ਨੂੰ ਰੈਸਕਿਊ ਕਰਨ ਵਾਲਾ ਅਮਰੀਕਾ ਦਾ ਜ਼ਬਰਦਸਤ ਐਕਸ਼ਨ ਸੀ, ਅਮਰੀਕਾ ਪਿੱਛੇ ਹਟਣਾ ਚਾਹੁੰਦਾ। ਸੋ ਇਵੇਂ ਲੱਗਦਾ ਕਿ ਵੀ ਈਵਨ ਇਸ ਗੱਲਬਾਤ 'ਚ ਜਦੋਂ ਕਿ ਇਸ ਗੱਲਬਾਤ ਨੂੰ ਮਿਸਟਰ ਕੁਸ਼ਨਰ ਜਾਂ ਜਿਹੜੇ ਉਹਨਾਂ ਦੇ ਵਿਟਕੌਫ ਇਹ ਨਹੀਂ ਸੀ ਲੀਡ ਕਰ ਰਹੇ, ਕਿਉਂਕਿ ਪਹਿਲੀਆਂ 2 ਗੱਲਬਾਤ ਜਿਹੜੀਆਂ ਪਿਛਲੇ ਜੂਨ ਮਹੀਨੇ ਦੇ ਵਿੱਚ ਇਹਦੇ 'ਚ ਮਿਸਟਰ ਵਿਟਕੌਫ ਔਰ ਮਿਸਟਰ ਕੁਸ਼ਨਰ ਜਿਹੜਾ ਜਵਾਈ ਹੈ ਪ੍ਰੈਜ਼ੀਡੈਂਟ ਟਰੰਪ ਦਾ, ਉਹਨਾਂ ਨੇ ਝੂਠ ਬੋਲ ਕੇ ਈਰਾਨ ਦੇ ਨਾਲ ਜਿਹੜਾ ਉਹਦੇ 'ਤੇ ਅਟੈਕ ਕੀਤਾ ਸੀ। ਸੋ ਉਹਨਾਂ ਨੂੰ ਉਹ ਮੈਸੇਜ ਪਾਸਿੰਗ ਤਾਂ ਵਾਇਆ ਪਾਕਿਸਤਾਨ ਜਾਂ ਦੂਜੀ ਹੋ ਰਿਹਾ ਸੀ, ਪਰ ਗੱਲਬਾਤ JD ਵੈਂਸ ਕਰ ਰਹੇ ਸੀ। ਹੁਣ ਇਹ ਵੀ ਆ ਰਿਹਾ ਸੀ ਕਿ ਜੀ JD ਵੈਂਸ ਹੰਗਰੀ ਪਹੁੰਚ ਗਏ ਨੇ ਔਰ ਹੰਗਰੀ ਦੇ ਵਿੱਚ ਜਿਹੜਾ ਆਪੋਜੀਸ਼ਨ ਦਾ ਕੈਂਡੀਡੇਟ ਹੈ ਜਿਹਨੂੰ ਪ੍ਰੈਜ਼ੀਡੈਂਟ ਟਰੰਪ ਨੇ ਸਪੋਰਟ ਉਹਦੀ ਮਦਦ ਕਰ ਰਹੇ ਨੇ। ਲੇਕਿਨ ਅੱਜ ਮੈਂ ਦੇਖ ਰਿਹਾ ਸੀ ਜਿਹੜੇ ਹੋਰ ਇਨਸਾਈਡਰ ਨੇ ਕਿ ਈਵਨ JD ਵੈਂਸ ਜਿਹੜੀ ਇਹ ਗੁਫ਼ਤਗੂ ਵੀ ਪਾਕਿਸਤਾਨ ਰਾਹੀਂ ਜਿਹੜੀ ਈਰਾਨ ਦੇ ਫੋਰਨ ਮਿਨਿਸਟਰ ਨਾਲ ਜਾਂ ਉਹਨਾਂ ਦੇ ਹੋਰ ਨਾਲ ਚੱਲ ਰਹੀ ਸੀ, ਉਹਨੂੰ ਕਿਤੇ ਨਾ ਕਿਤੇ ਇਜ਼ਰਾਈਲ ਤੋਂ ਵੀ ਉਹ ਸ਼ੀਲਡ ਕਰ ਰਹੇ ਸੀ। ਉਹਨਾਂ ਨੂੰ ਇਹ ਸੀ ਕਿ ਵੀ ਇਹਨੇ ਸਾਬੋਤਾਜ ਕਰ ਦੇਣਾ ਹੈ ਗੱਲਬਾਤ ਨੂੰ। ਔਰ ਇਹ ਲੱਗਦਾ ਹੈ ਕਿ ਵੀ ਇਜ਼ਰਾਈਲ ਨੂੰ ਲਾਸਟ ਮਿੰਟ ਦੇ ਉੱਤੇ ਹੀ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਦੱਸਿਆ ਔਰ ਉਹਦੀ ਮਜਬੂਰੀ ਸੀ ਕਿ ਉਹਨੂੰ ਸਪੋਰਟ ਕਰਨਾ। ਲੇਕਿਨ ਜਿਹੜਾ ਉਹ ਕਹਿੰਦੇ ਨੇ ਵੀ ਚੋਰ ਚੋਰੀ ਸੇ ਜਾਏ, ਹੇਰਾ ਫੇਰੀ ਸੇ ਨਾ ਜਾਏ। ਔਰ ਇਹ ਜਦੋਂ ਇਹ ਹੋਇਆ ਵੀ ਸਮਝੌਤਾ ਤੇ ਇੱਕ ਗੱਲ ਜਿਹੜੇ ਜਿਨ੍ਹਾਂ ਨੂੰ ਅਸੀਂ ਸ਼ੱਕੀ ਜਾਂ ਸਵਾਲ ਪੁੱਛਣ ਵਾਲੇ ਕਹਿੰਦੇ ਉਹ ਇਹ ਕਹਿ ਰਹੇ ਸੀ ਕਿ ਵਟ ਕੈਨ ਗੋ ਰੋਂਗ ਵਿਦ ਇਟ, ਕੀ ਇਹ 2 ਹਫ਼ਤੇ ਸਸਟੇਨ ਕਰੇਗਾ? ਜੇ 2 ਹਫ਼ਤੇ ਕਰਦਾ ਵੀ ਹੈ ਤੇ ਕੀ ਜਿਹੜੀ ਗੱਲਬਾਤ ਹੈ ਇਸਲਾਮਾਬਾਦ ਡਾਇਲੋਗ ਉਹਨੂੰ ਇਜ਼ਰਾਈਲ ਕਿਸੇ ਕੰਢੇ ਲੱਗਣ ਦੇਗਾ? ਔਰ ਇਹ ਹੈ ਕਿ ਵੀ ਜੇ ਕੀ ਇਹ 2 ਹਫ਼ਤੇ ਦਾ ਟਾਈਮ ਕਿਤੇ ਇੱਕ ਡਿਸੈਪਸ਼ਨ ਤਾਂ ਨਹੀਂ ਹੈ, ਜਿਵੇਂ ਪਹਿਲਾਂ 2 ਵਾਰ
ਈਰਾਨ ਦੇ ਨਾਲ ਗੱਲਬਾਤ ਸ਼ੁਰੂ ਕਰਕੇ ਫਿਰ ਉਹਨੂੰ ਨਿਸ਼ਾਨਾ ਬਣਾਇਆ ਗਿਆ। ਸੋ ਇਹ ਸਾਰੇ ਸਵਾਲ ਪੁੱਛੇ ਜਾ ਰਹੇ ਸੀ ਔਰ ਪਿਛਲੇ 24 ਘੰਟੇ ਬਾਅਦ ਕਿਉਂਕਿ ਅਸੀਂ ਗੱਲਬਾਤ ਕਰ ਰਹੇ ਇਜ਼ਰਾਈਲ ਨੇ ਉਹੀ ਸ਼ਰਾਰਤ ਕੀਤੀ ਹੈ। ਉਹਨੇ ਇਹ ਕਹਿ ਕਿ ਜੀ ਇਸ ਸਮਝੌਤੇ 'ਚ ਲਬਨਾਨ ਇਨਕਲੂਡਡ ਨਹੀਂ ਹੈ, ਸਾਡਾ ਹਮਲਾ ਲਬਨਾਨ 'ਤੇ, ਕਿਉਂਕਿ ਮੈਜੋਰਿਟੀ ਲੋਕਾਂ ਦਾ ਫੋਕਸ ਤਾਂ ਈਰਾਨ 'ਚ ਕੀ ਹੋ ਰਿਹਾ ਜਾਂ ਈਰਾਨ ਵੱਲੋਂ ਜਿਹੜਾ ਜਵਾਬੀ ਉਹਨਾਂ 'ਤੇ ਗਲਫ ਸਟੇਟਸ ਦੇ ਉੱਤੇ ਅਟੈਕ, ਉਹਨਾਂ ਦਾ ਕੀ ਨੁਕਸਾਨ ਹੋਇਆ, ਕਿੰਨੇ ਬੰਦੇ ਮਰੇ, ਉਹਨਾਂ ਦਾ ਲੇਕਿਨ ਇਸ ਸਾਰੇ ਦੀ ਆੜ ਦੇ ਵਿੱਚ ਇਜ਼ਰਾਈਲ ਨੇ ਲਬਨਾਨ 'ਚ ਹਿਜ਼ਬੁੱਲਾ ਦੇ ਉੱਤੇ ਹਮਲੇ ਦੇ ਨਾਂ ਥੱਲੇ ਫੌਜ ਵੀ ਉਤਾਰੀ, ਜ਼ਮੀਨੀ ਫੌਜ ਵੀ, ਹਵਾਈ ਹਮਲੇ ਵੀ, ਔਰ ਇਹ ਵੀ ਕਿਹਾ ਗਿਆ ਜੀ ਜਿੰਨੀ ਅਸੀਂ ਜ਼ਮੀਨ ਜਿਹੜੀ ਹੈ ਉਹ ਕਬਜ਼ੇ 'ਚ ਕਰਾਂਗੇ ਉਹਨੂੰ ਅਸੀਂ ਛੱਡਾਂਗੇ ਨਹੀਂ। ਔਰ ਪਿਛਲੇ 24 ਘੰਟੇ 'ਚ ਇਹਨਾਂ 40 ਦਿਨਾਂ 'ਚ ਸਭ ਤੋਂ ਜ਼ਿਆਦਾ ਜਿਹੜੀ ਬੰਬਾਰੀ ਉਹਨਾਂ ਦੇ ਉੱਤੇ ਹਰ ਮਿੰਟ ਦੇ ਵਿੱਚ ਕੀਤੀ ਗਈ, ਸੈਂਕੜੇ ਜ਼ਖਮੀ ਨੇ, ਦਰਜਨਾਂ ਮਾਰੇ ਗਏ ਨੇ। ਔਰ ਨੇਤਨਯਾਹੂ ਵੱਲੋਂ ਇਹ ਕਿਹਾ ਗਿਆ ਆਪਣਾ ਮੈਸੇਜ ਕਿ ਜੀ ਇਸ ਸਮਝੌਤੇ 'ਚ ਜਿਹੜਾ ਲਬਨਾਨ ਸ਼ਾਮਲ ਨਹੀਂ ਸੀ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਟਵੀਟ ਪਹਿਲਾਂ ਸ਼ਾਹਬਾਜ਼ ਸ਼ਰੀਫ ਨੇ ਜਿਹਦੇ 'ਚ ਕਿ ਉਹਨਾਂ ਨੇ 2 ਹਫ਼ਤੇ ਦੇ ਲਈ ਪ੍ਰੈਜ਼ੀਡੈਂਟ ਟਰੰਪ ਨੂੰ ਸੀਜ਼ ਫਾਇਰ ਲਈ ਕਿਹਾ, ਉਹਦੇ 'ਚ ਵੀ ਲਬਨਾਨ ਸ਼ਾਮਲ ਹੈ ਕਿ ਭਾਈ ਉਹਦੇ 'ਤੇ ਅਟੈਕ ਨਹੀਂ ਕੀਤਾ ਜਾਏਗਾ। ਇਨੀਸ਼ੀਅਲ ਦੇ ਵੀ ਜਿਹੜਾ ਇਹਨਾਂ ਦਾ ਆਪਸੀ ਦੋਨਾਂ ਦੇ ਇਜ਼ਰਾਈਲ ਦੇ ਫੋਰਨ ਮਿਨਿਸਟਰ ਪ੍ਰੈਜ਼ੀਡੈਂਟ ਟਰੰਪ ਦਾ ਸੀ, ਉਹਦੇ 'ਚ ਐਕਸਪਲਿਸਿਟ ਨਹੀਂ ਸੀ, ਲੇਕਿਨ ਇਹਦੇ 'ਚ ਇੱਕ ਅੰਡਰਸਟੈਂਡੇਬਲ ਪਾਰਟ ਹੁੰਦਾ ਹੈ ਕਿ ਜਦੋਂ ਜੰਗਬੰਦੀ ਹੋ ਰਹੀ ਹੈ, ਤੁਸੀਂ ਅਮਨ ਸਮਝੌਤੇ ਵੱਲ ਤੁਰ ਰਹੇ ਹੋ, ਤਾਂ ਇਹ ਤਾਂ ਨਹੀਂ ਹੋ ਸਕਦਾ ਕਿ ਜੀ ਇਜ਼ਰਾਈਲ ਜਿਹੜਾ ਉਹ ਇੱਕ ਹਿੱਸੇ ਦੇ ਉੱਤੇ, ਕਿਉਂਕਿ ਹੋਰ ਈਰਾਨ ਦਾ ਕੀ ਇੰਟਰਸਟ ਹੈ, ਔਰ ਇਹ ਸਾਰੇ ਦੀ ਜੇ ਈਰਾਨ ਫਲਸਤੀਨ ਦੀ ਹਮਾਇਤ ਦੇ ਵਿੱਚ ਨਾ ਹੁੰਦਾ ਔਰ ਇਹ ਜਿਹੜੀਆਂ ਈਰਾਨ ਦੀਆਂ ਪ੍ਰੋਕਸੀਜ਼ ਨੇ, ਭਾਵੇਂ ਉਹ ਹਮਾਸ ਹੈ ਜਾਂ ਹਿਜ਼ਬੁੱਲਾ ਹੈ ਜਾਂ ਹੂਤੀ ਯਮਨ ਵਾਲੇ ਨੇ, ਤੇ ਫਿਰ ਤਾਂ ਕੋਈ ਰੌਲਾ ਹੀ ਨਹੀਂ ਸੀ। ਹੁਣ ਇਸ ਸਾਰੇ ਦੇ ਚੱਲਦਿਆਂ ਦੋ ਪਾਸੇ, ਔਰ ਈਰਾਨ ਨੇ ਵੀ ਜਵਾਬੀ ਇਹ ਕਿਹਾ ਕਿ ਵੀ ਜੇ ਇਹੀ ਕੰਮ ਕਰਨਾ ਹੈ ਤੇ ਫਿਰ ਸੀਜ਼ ਫਾਇਰ ਖਤਮ ਹੋ ਜਾਏਗਾ। ਹਾਲਾਂ ਇਹ ਹਮੇਸ਼ਾ ਹੁੰਦਾ ਹੈ ਵੀ ਜਦੋਂ ਸੀਜ਼ ਫਾਇਰ ਦੋ ਧਿਰਾਂ ਵੱਲੋਂ ਹੁੰਦਾ ਹੈ, ਸਾਨੂੰ ਯਾਦ ਹੈ 65 ਔਰ 71 ਦੇ ਵੇਲੇ ਵੀ ਜਦੋਂ ਭਾਰਤ ਪਾਕਿਸਤਾਨ ਪਾਰਟ ਹੋਇਆ, ਪਹਿਲੇ ਕੁਝ ਘੰਟੇ ਕਈਆਂ ਤੱਕ ਇਨਫੋਰਮੇਸ਼ਨ ਨਹੀਂ ਪਹੁੰਚਦੀ, ਕਈਆਂ ਨੂੰ ਹੁੰਦਾ ਹੈ ਕਿ ਬਈ ਜਾਂਦੀ ਬਾਹਰ ਦਾ ਮੇਵਾ ਲੈ ਜਾਓ, ਕਰ ਦਿਓ ਅਟੈਕ, ਸੁੱਟ ਲਓ ਜਹਾਜ਼ ਜਾਂ ਦੂਜੇ, ਕਿਉਂਕਿ ਉਹਦੇ 'ਤੇ ਕੀ ਇਤਰਾਜ਼ ਹੋਏਗਾ। ਸੋ ਹੋਪਫੁਲੀ ਅਸੀਂ ਇਹ ਦੇਖਦੇ ਹਾਂ ਕਿ ਕਿਉਂਕਿ ਜੋ ਇਜ਼ਰਾਈਲ ਵਾਲਿਆਂ ਨੇ ਕਿਹਾ, ਉਹ JD ਵੈਂਸ ਨੇ ਵੀ ਕਿਹਾ ਜੀ ਨਹੀਂ ਲਬਨਾਨ ਉਹਦਾ ਹਿੱਸਾ ਨਹੀਂ ਹੈ, ਔਰ ਨਾਲ ਦੀ ਨਾਲ ਈਰਾਨ ਨੂੰ ਕਿਹਾ ਜੀ ਉਹਨੇ ਦੇਖਣਾ ਵੀ ਇਹ ਫਰੈਜਲ ਸੀਜ਼ ਫਾਇਰ ਅੱਗੇ ਕਰਨਾ ਕਿ ਪਿੱਛੇ। ਹਾਲਾਂ ਇਹਨੂੰ ਅਸੀਂ ਟੈਕਟੀਕਲ ਜਾਂ ਜਿਸ ਨੂੰ ਤੁਸੀਂ ਇੱਕ ਨੈਰੇਟਿਵ ਦੀ ਲੜਾਈ ਵੀ ਕਹਿ ਸਕਦੇ ਹੋ, ਪਰ ਇਜ਼ਰਾਈਲ ਜਿਹੜਾ ਉਹ ਸਪੋਇਲਰ ਹੈ। ਹਮੇਸ਼ਾ ਇਸ ਪਿਛਲੇ ਮੁੱਦੇ 'ਤੇ ਵੀ ਜਿਹੜੀ ਨੈਗੋਸ਼ੀਏਸ਼ਨ ਦੋ ਥਾਵਾਂ ਦੇ ਉੱਤੇ ਚੱਲੀ, ਮਸਕਟ ਦੇ ਵਿੱਚ ਔਰ ਜਿਨੀਵਾ ਦੇ ਵਿੱਚ, ਔਰ ਇਹ ਸਭ ਇਨਸਾਈਡਰਸ ਦਾ ਕਹਿਣਾ ਹੈ, ਔਰ ਇਸ ਨੂੰ ਜਿਹੜਾ ਓਮਾਨ ਜੇ ਲੀਡ ਕਰ ਰਿਹਾ ਸੀ ਕਿ ਈਰਾਨ ਸਾਰੀਆਂ ਸ਼ਰਤਾਂ ਖਾਸ ਤੌਰ 'ਤੇ, ਕਿਉਂਕਿ ਜੇ ਅਸੀਂ ਦੇਖੀਏ ਵੀ ਮੁੱਢਲੇ ਕੀ ਰੀਜ਼ਨ ਸੀ ਜਿਹਦੇ 'ਤੇ ਅਮਰੀਕਾ ਜਿਹੜੀ ਆ ਉਹਦਾ ਐਨਰਿਚਡ ਯੂਰੇਨੀਅਮ ਨਾ ਹੋਏ, ਕਿ ਈਰਾਨ ਜਿਹੜਾ ਉਹ ਨਿਊਕਲੀਅਰ ਆਪਣਾ ਬੰਬ ਨਾ ਬਣਾ ਸਕੇ। ਉਸੇ ਲਈ ਈਵਨ ਓਬਾਮਾ ਐਡਮਿਨਿਸਟ੍ਰੇਸ਼ਨ ਵੇਲੇ ਯੂਨਾਈਟਿਡ ਨੇਸ਼ਨਸ ਦੇ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਰਾਹੀਂ ਵੀ ਈਰਾਨ ਨੇ ਮੰਨਿਆ ਸੀ, ਔਰ ਈਰਾਨ ਨੇ ਕਦੇ ਵੀ ਉਸ ਲੈਵਲ ਦਾ ਐਨਰਿਚਡ ਯੂਰੇਨੀਅਮ ਉਹਨਾਂ ਦੇ ਕੋਲ ਜਿਹੜਾ 65-60% ਦਾ ਹੈ, ਜਦੋਂ ਕਿ ਬੰਬ ਬਣਾਉਣ ਦੇ ਲਈ 90% ਜਾਂ ਦੂਸਰਾ ਚਾਹੀਦਾ, ਇਹ ਪੀਸਫੁਲ ਪਾਵਰ ਪ੍ਰੋਡਕਸ਼ਨ ਦੇ ਲਈ ਹੈ। ਔਰ ਇਸ ਨੂੰ ਈਵਨ ਅਲੀ ਖਮੀਨਾਈ ਜਿਹੜੇ 88 ਸਾਲ ਦੀ ਉਮਰ ਦੇ ਵਿੱਚ ਜਿਨ੍ਹਾਂ ਨੂੰ ਜਿਹੜਾ ਉਹ ਇੱਕੋ ਅਟੈਕ ਨਾਲ ਬਹੁਤ ਸਾਰਿਆਂ ਦੇ ਨਾਲ ਮਾਰਿਆ ਗਿਆ, ਉਹਨਾਂ ਦਾ ਧਾਰਮਿਕ ਤੌਰ 'ਤੇ ਮਜ਼ਹਬੀ ਤੌਰ 'ਤੇ ਫਤਵਾ ਵੀ ਸੀ ਕਿ ਵੀ ਇਹ ਜਿਹੜਾ ਇਹ ਜੌਹਰੀ ਹਥਿਆਰ ਹੈ ਜਿਹੜਾ ਇਹ ਨਹੀਂ ਅਸੀਂ ਬਣਾਵਾਂਗੇ। ਔਰ ਹੁਣ ਸਗੋਂ ਉਹੀ ਕ੍ਰਿਟਿਕ ਕਹਿ ਰਹੇ ਨੇ ਵੀ ਹੁਣ ਈਰਾਨ ਜਿਹੜਾ ਇਸ 'ਚੋਂ ਨਿਕਲ ਸਕਦਾ, ਆਲਰੇਡੀ ਉਹ UN ਦੀ ਜਿਹੜੀ NPT ਹੈ, ਨਾਨ ਪ੍ਰੋਲੀਫਰੇਸ਼ਨ ਟ੍ਰੀਟੀ, ਉਹਦੇ 'ਚੋਂ ਨਿਕਲਣ ਦੀ ਗੱਲ ਕਰਦੇ। ਪਰ ਕੁੱਲ ਮਿਲਾ ਕੇ ਜਿਹੜਾ ਸੀ ਰਜੀਮ ਚੇਂਜ, ਉਹ ਜਿਹੜਾ ਇਜ਼ਰਾਈਲ ਨੇ ਜਿਹੜਾ ਜਿਸ ਨੂੰ ਇਹ ਕਹੋ ਕਿ ਵੀ ਉਹ ਕੜਿੱਕੀ ਫਸਾਉਣ ਦੇ ਲਈ ਜਿਹੜਾ ਆਟਾ ਵਿੱਚ ਫਸਾਇਆ ਸੀ ਕੜਿੱਕੀ ਦੇ, ਕਿ ਜੀ ਇੱਕੋ ਹੱਲੇ 'ਚ ਅਸੀਂ ਸਾਰੇ ਮਾਰ ਦਿਆਂਗੇ, ਔਰ ਰਜੀਮ ਉਹ ਵੀ ਨਹੀਂ ਹੋਇਆ। ਔਰ ਈਵਨ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਇੱਕ ਹੋਰ ਦੇ ਵਿੱਚ ਮੰਨਿਆ ਕਿ ਜੀ ਅਸੀਂ ਤਾਂ ਕੁਰਦਾਂ ਨੂੰ ਹਥਿਆਰ ਵੀ ਦਿੱਤੇ ਪ੍ਰੋਟੈਸਟਰਸ ਦੇ ਵਿੱਚ ਜਾਣ, ਔਰ ਦੂਜੇ ਉਹ ਤਾਂ ਹਥਿਆਰ ਉਹਨਾਂ ਨੇ ਹੀ ਰੱਖ ਲਏ। ਹੁਣ ਇਹ ਵੀ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਕਿਉਂਕਿ
ਇਹ ਬਹੁਤ ਸਾਰਾ ਜਿਹੜਾ ਇਹ ਪਲੈਨਿੰਗ ਜਾਂ ਦੂਜਾ ਹੈ। ਔਰ ਜਿਹੜਾ ਜੇ ਅਮਰੀਕਾ ਦੀ ਉੱਥੇ ਫੌਜੀ ਸਕਸੈਸ ਬਹੁਤੀ ਨਹੀਂ ਹੋਈ, ਉਹਦਾ ਇੱਕ ਕਾਰਨ ਵੀ ਹੈ ਵੀ ਉਹ ਰਿਲਾਈ ਕਰਦੇ ਰਹੇ ਨੇ ਮੋਸਾਦ ਵੱਲੋਂ ਕਲੈਕਟ ਕੀਤੀ ਜਾਣਕਾਰੀ। ਹਾਲਾਂਕਿ ਮੋਸਾਦ ਐਂਡ CIA ਕਲੋਜ਼ ਨੈਟਵਰਕ ਹੈ, ਲੇਕਿਨ ਉਹ ਇੱਕ ਕਦਮ ਅੱਗੇ ਰਹਿੰਦੇ ਨੇ। ਉਹਨਾਂ ਨੇ ਜਿਹੜਾ ਉਹ ਅਮਰੀਕਾ ਨੂੰ ਇੱਕ ਕਿਸਮ ਦਾ ਜਿਹਨੂੰ ਯਰਗਮਾਲ ਕਿਹਾ ਜਾ ਸਕਦਾ ਹੈ, ਔਰ ਉਹ ਜਿਹੜੀ ਜ਼ਾਇਨਿਸਟ ਲੌਬੀ ਵਿਦਨ ਕੰਟਰੀ ਹੈ, ਔਰ ਜਿਸ ਕਿਸਮ ਦਾ ਇਹਨਾਂ ਦਾ US ਕਾਂਗਰਸ ਦੇ ਉੱਤੇ ਕੰਟਰੋਲ ਹੈ, APEC ਦੇ ਰਾਹੀਂ ਇਹਨਾਂ ਦਾ ਜਿਹੜਾ ਸਾਰਾ ਉਹ ਫੰਡਿੰਗ ਔਰ ਦੂਸਰਾ ਤੀਸਰਾ ਸਾਰਾ ਸਿਸਟਮ ਹੈ। ਹੁਣ ਇਸ ਸਾਰੇ ਦੇ ਚੱਲਦੇ ਆ, ਹਾਲਾਂਕਿ ਜਿਹੜੀ ਪ੍ਰੈਜ਼ੀਡੈਂਟ ਟਰੰਪ ਦਾ ਲੇਟੈਸਟ ਟਵੀਟ ਹੈ ਜਾਂ ਉਹਨਾਂ ਦਾ ਸੋਸ਼ਲ ਟਰੂਥ ਪਲੇਟਫਾਰਮ ਤੇ ਹੈ, ਉਹਦੇ 'ਚ ਹੋਪ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਬਿਗ ਡੇ ਫॉर ਵਰਲਡ ਪੀਸ, Iran wants it to happen, they have had enough, likewise so has everyone else। ਇਹ ਦੋਨੋਂ ਨੂੰ ਬੈਲੈਂਸ, ਹਾਲਾਂਕਿ ਦੋਨਾਂ ਵੱਲੋਂ ਵਿਕਟਰੀ ਦਾ ਕਲੇਮ ਆਪੋ ਆਪਣੀ ਥਾਂ ਤੇ, ਔਰ ਐਨਾਲਿਸਟ ਦੱਸ ਵੀ ਰਹੇ ਨੇ ਵੀ ਵਿਕਟਰੀ ਤਾਂ ਅਲਟੀਮੇਟਲੀ ਉਹਦੇ ਕੋਲ ਹੀ ਹੁੰਦੀ ਹੈ ਜਿਹੜਾ ਗਰਾਊਂਡ ਦੇ ਉੱਤੇ ਤੁਹਾਨੂੰ ਟਰਮਸ ਡਿਕਟੇਟ ਕਰਦਾ ਹੈ। ਔਰ ਨਾ ਰਜੀਮ ਚੇਂਜ ਹੋਇਆ, ਨਾ ਯੂਰੇਨੀਅਮ ਹੱਥ ਆਇਆ, ਨਾ ਜਿਹੜਾ ਉਹ ਕੋਈ ਹੋਰ ਹੋਇਆ। ਰਾਦਰ ਈਰਾਨ ਦੀਆਂ ਟਰਮਸ ਦੇ ਉੱਤੇ ਹੀ ਜਿਹੜੀ ਹੈ ਸੀਜ਼ਫਾਇਰ ਦੀ ਗੱਲ ਤੁਰੀ ਹੈ। ਹਾਲਾਂਕਿ ਅਮਨ ਸਮਝੌਤੇ ਤੋਂ ਬਾਅਦ ਨਜ਼ਰ ਆਏਗਾ ਵੀ ਕੀ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਜ਼ਰਾਈਲ ਦਾ ਸਟੇਟਸ ਵੀ ਥੱਲੇ ਗਿਆ, ਜਿਹੜਾ ਉਹ ਸਮਝਦਾ ਸੀ ਵੀ ਈਰਾਨ ਨੂੰ ਐਗਜ਼ਿਸਟੈਂਸ਼ੀਅਲ ਥ੍ਰੈਟ ਕਹਿ ਕੇ ਪਾਸੇ ਕਰਕੇ ਉਹ ਇੱਕ ਵੱਡੀ ਪਾਵਰ ਦੇ ਤੌਰ ਤੇ ਉੱਭਰੇਗਾ। ਇਸ ਦੇ ਉਲਟ ਵੈਸਟਰਨ ਏਸ਼ੀਆ ਦੇ ਵਿੱਚ ਈਰਾਨ ਇੱਕ ਪਾਵਰ ਦੇ ਤੌਰ ਤੇ ਉੱਭਰਿਆ। ਜਿਹੜਾ ਭਾਰਤ ਇਜ਼ਰਾਈਲ ਦੀ ਜਾ ਕੇ ਗੋਦ 'ਚ ਬੈਠਾ ਸੀ, ਉਹ ਸੋਚਦਾ ਸੀ ਕਿ ਇਜ਼ਰਾਈਲ ਦੀ ਮਦਦ ਦੇ ਨਾਲ ਪਾਕਿਸਤਾਨ ਨੂੰ ਨਿਊਟਰਲਾਈਜ਼ ਕਰੇਗਾ। ਉਹ ਪਾਕਿਸਤਾਨ ਇੱਕ ਗਲੋਬਲ ਜਿਹੜਾ ਉਹ ਮੀਡੀਏਟਰ ਦੇ ਤੌਰ ਤੇ ਉਹਦਾ ਰੁਤਬਾ ਜਿਹੜਾ ਉਹ ਵਧਿਆ। ਔਰ ਜਿਹੜੀ ਇਜ਼ਰਾਈਲ ਔਰ ਇਹਨਾਂ ਦੀ ਲਾਈਨ ਅਮਰੀਕਾ ਨੂੰ ਜਿਹੜਾ ਯਰਗਮਾਲ ਬਣਾ ਕੇ ਵਰਤਣ ਵਾਂਗ ਸੀ, ਪਹਿਲੀ ਵਾਰ ਹੈ ਕਿ ਖੁੱਲ੍ਹ ਕੇ ਅਮਰੀਕਾ ਦੇ ਵਿੱਚ ਉਹਨਾਂ ਦੇ ਟੱਕਰ ਕਾਰਲਸਨ ਤੋਂ ਲੈ ਕੇ ਔਰ ਕਿੰਨੇ ਹੀ ਜਿਹੜੇ ਉਹਨਾਂ ਦੇ ਲੋਕ ਨੇ, ਐਨਾਲਿਸਟ ਵੀ ਔਰ ਈਵਨ ਪਾਰਲੀਮੈਂਟੇਰੀਅਨਸ ਵੀ ਹੁਣ ਆਉਣ ਵਾਲੇ ਪੀਰੀਅਡ 'ਚ ਆਉਣਗੇ, ਜਿਹੜੇ ਇਜ਼ਰਾਈਲ ਦੇ ਖਿਲਾਫ ਬੋਲੇ ਨੇ, ਜਿਹੜਾ ਤੁਹਾਨੂੰ ਮਾਹੌਲ ਪਹਿਲਾਂ ਕਦੇ ਨਜ਼ਰ ਨਹੀਂ ਸੀ ਆਉਂਦਾ। ਸੋ ਪ੍ਰੈਜ਼ੀਡੈਂਟ ਟਰੰਪ ਦਾ ਕਹਿਣਾ ਕਿ ਵੀ ਦਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਵਿਲ ਬੀ ਹੈਲਪਿੰਗ ਵਿਦ ਦਾ ਟ੍ਰੈਫਿਕ ਬਿਲਡ ਅਪ ਇਨ ਦਾ ਸਟੇਟ ਆਫ ਹਾਰਮੂਜ਼। ਹੁਣ ਇਸ ਜੰਗ ਤੋਂ ਪਹਿਲਾਂ 28 ਫਰਵਰੀ ਤੋਂ ਪਹਿਲਾਂ ਸਟੇਟ ਆਫ ਹਾਰਮੂਜ਼, ਜਿੱਥੋਂ ਦੁਨੀਆ ਦਾ 20% ਆਇਲ ਜਾਂਦਾ ਹੈ, ਜਿਹੜਾ ਚੋਕ ਪੁਆਇੰਟ ਹੈ ਈਰਾਨ ਦੇ ਵਿੱਚ ਪੈਂਦਾ, ਪਰ ਕਿਉਂਕਿ ਇੰਟਰਨੈਸ਼ਨਲ ਟ੍ਰੀਟੀਜ਼ ਸੀ ਇਸ ਦੇ ਥੱਲੇ ਉਹਦਾ ਕੋਈ ਫੀ ਜਾਂ ਦੂਜੀ ਤੀਜੀ ਨਹੀਂ ਸੀ ਜੋ ਸਵੇਜ਼ ਕੈਨਾਲ ਜਾਂ ਦੂਜਿਆਂ ਤੀਜਿਆਂ ਉੱਤੇ। ਲੇਕਿਨ ਹੁਣ ਸਟੇਟ ਆਫ ਹਾਰਮੂਜ਼ ਨੂੰ ਈਰਾਨ ਨੇ ਕਾਬੂ ਕਰ ਲਿਆ ਇਹਨਾਂ ਦਿਨਾਂ 'ਚ। ਜੋ ਉੱਥੋਂ ਜਾ ਰਿਹਾ ਹੈ ਉਹ ਫੀ ਵੀ ਦੇ ਰਹੇ ਨੇ, ਕੰਟਰੋਲ ਉਹਨਾਂ ਦੇ ਕੋਲ ਹੈ। ਔਰ ਅਮਰੀਕਾ ਦਾ ਇਹ ਕਹਿਣਾ ਹੈ ਕਿ ਭਾਈ ਵਿਲ ਬੀ ਹੈਲਪਿੰਗ ਵਿਦ ਦਾ ਟ੍ਰੈਫਿਕ ਬਿਲਡਅਪ। ਬਹੁਤ ਸਾਰੇ ਸ਼ਿਪ ਸੈਂਕੜਿਆਂ ਦੀ ਗਿਣਤੀ 'ਚ ਖੜੇ ਨੇ। ਉਹ ਈਰਾਨ ਨੇ ਹੁਣ ਵੀ ਜਿਹੜਾ ਹੈ, ਕਿਉਂਕਿ ਲਿਬਨਾਨ 'ਚ ਨੇ ਇਜ਼ਰਾਈਲ ਨੇ ਹਮਲਾ ਕੀਤਾ, ਉਹਨੇ ਕਿਹਾ ਵੀ ਅਜੇ ਅਸੀਂ ਨਹੀਂ ਖੋਲ ਰਹੇ ਕਿਉਂਕਿ ਅਸੀਂ ਇਹ ਦੇਖਾਂਗੇ ਕਿ ਵੀ ਇਹ ਸਮਝੌਤਾ ਅੱਗੇ ਤੁਰੇਗਾ ਕਿ ਨਹੀਂ। ਫਿਰ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਨੇ ਦੇयर ਵਿਲ ਬੀ ਲੋਟਸ ਆਫ ਪੋਜ਼ਿਟਿਵ ਐਕਸ਼ਨ, ਬਿਗ ਮਨੀ ਵਿਲ ਬੀ ਮੇਡ। ਉਹ ਇਹ ਕਹਿੰਦੇ ਨੇ ਸਟੇਟ ਆਫ ਹਾਰਮੂਜ਼ ਅਸੀਂ ਔਰ ਈਰਾਨ ਰਲ ਕੇ ਕੰਟਰੋਲ ਕਰਦੇ ਹਾਂ, ਆਪਸ 'ਚ ਵੰਡ ਲਾਂਗੇ ਪੈਸੇ ਜਿਹੜੇ ਇਕੱਠੇ ਹੋਣਗੇ। ਹਾਲਾਂਕਿ ਈਰਾਨ ਤੇ ਓਮਾਨ, ਕਿਉਂਕਿ ਜਿਹੜਾ ਗਲਫ ਹੈ ਉਹਦੇ ਦੂਜੇ ਸਿਰੇ ਤੇ ਓਮਾਨ ਹੈ, ਉਹ ਆਪਸੀ ਗੱਲਬਾਤ ਕਰ ਰਹੇ ਨੇ, ਕਿਉਂਕਿ ਓਮਾਨ ਦਾ ਵੀ ਉਨਾ ਕਿ ਉਸ ਦੇ ਵਿੱਚ ਸ਼ੇਅਰ ਬਣਦਾ ਉਸ ਗਲਫ ਦੇ ਵਿੱਚ। ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਨੇ ਬਿਗ ਮਨੀ ਵਿਲ ਬੀ ਮੇਡ, ਈਰਾਨ ਕੈਨ ਸਟਾਰਟ ਦਾ ਰੀਕਨਸਟਰਕਸ਼ਨ ਪ੍ਰੋਸੈਸ, ਕਿ ਵੀ ਅਸੀਂ ਜਿਹੜੀ ਤਬਾਹੀ ਕਰਕੇ ਆਏ ਹਾਂ, ਪੈਸੇ ਈਰਾਨ ਕੋਲ ਵੀ ਆਉਣਗੇ, ਸਾਡੇ ਕੋਲ ਵੀ ਆਉਣਗੇ, ਤੇ ਈਰਾਨ ਜਿਹੜਾ ਉਹਨੂੰ ਆਪਣਾ ਰੀਕਨਸਟਰਕਟ ਕਰੇ। ਵੀ ਵਿਲ ਬੀ ਲੋਡਿੰਗ ਅਪ ਵਿਦ ਸਪਲਾਈਜ਼ ਆਫ ਆਲ ਕਾਈਂਡਸ ਐਂਡ ਜਸਟ ਹੈਂਗਿੰਗ ਅਰਾਊਂਡ ਇਨ ਆਰਡਰ ਟੂ ਮੇਕ ਸ਼ੋਰ ਐਵਰੀਥਿੰਗ ਗੋਜ਼ ਵੈਲ। ਕਿ ਅਸੀਂ ਭਲਵਾਨੀ ਗੇੜਾ ਦਿੰਦੇ ਰਹਾਂਗੇ ਉੱਥੇ ਸਟੇਟ ਹਾਰਮੂਜ਼ 'ਚ ਕਿ ਵੀ ਥੋੜ੍ਹੇ ਬਹੁਤ ਪੈਸੇ ਸਾਨੂੰ ਵੀ ਦੇਈ ਜਾਓ, ਬਾਕੀ ਈਰਾਨ ਲਈ ਜਾਏ, ਵੀ ਸਾਨੂੰ ਕੀ, ਬਾਕੀ ਜਿਹੜੇ ਨੇ ਉਹ ਖਸਮਾਂ ਨੂੰ ਖਾਣ। ਆਈ ਫੀਲ ਕੌਨਫੀਡੈਂਟ ਦੈਟ ਇਟ ਵਿਲ ਵੀ ਇਵੇਂ ਹੀ ਹੋਏਗਾ, ਅਸੀਂ ਵੰਡ ਕੇ ਖਾਵਾਂਗੇ ਈਰਾਨ ਦਾ। ਕੱਲ੍ਹ ਤੱਕ ਜਿਹਨੂੰ ਤੁਸੀਂ ਸਿਵਲਾਈਜੇਸ਼ਨ ਨੂੰ ਮਿਟਾਉਣਾ ਚਾਹੁੰਦੇ ਸੀ, ਹੁਣ ਉਹਦੇ ਨਾਲ ਹਿੱਸੇਦਾਰੀ ਕਰਨ ਨੂੰ ਤਿਆਰ ਨੇ। ਜਸਟ ਲਾਈਕ ਵੀ ਆਰ ਐਕਸਪੀਰੀਐਂਸਿੰਗ ਇਨ ਦਾ US, ਦਿਸ ਕੁਡ ਬੀ ਦਾ ਗੋਲਡਨ ਏਜ ਆਫ ਦਾ ਮਿਡਲ ਈਸਟ। ਵੀ ਅਸੀਂ ਟੈਰਿਫ ਇਕੱਠੀ ਕਰ ਕਰਕੇ ਗੋਲਡਨ ਏਜ ਬਣਾ ਰਹੇ ਹਾਂ। ਹੁਣ ਈਰਾਨ ਵੀ ਮੌਜਾਂ ਕਰੇ, ਮਿਡਲ ਈਸਟ ਦੀ ਸਰਦਾਰੀ ਕਰੇ, ਸਾਡੇ ਨਾਲ ਇਹ ਹੈ ਵੀ ਥੋੜਾ ਬਹੁਤ ਵੰਡ ਕੇ ਖਾਓ ਔਰ ਪ੍ਰਭੂ ਦੇ ਗੁਣ ਗਾਓ। ਔਰ ਇਹ ਜਸਟ ਲਾਈਕ ਵੀ ਆਰ ਐਕਸਪੀਰੀਅੰਸ ਦਾ US, ਦਿਸ ਕੁਡ ਬੀ ਦਾ ਗੋਲਡਨ ਏਜ ਆਫ ਦਾ ਮਿਡਲ ਈਸਟ।
ਪ੍ਰੈਜ਼ੀਡੈਂਟ ਟਰੰਪ। ਸੋ ਇਸ ਪੋਜ਼ਿਟਿਵ ਨੋਟ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੇ ਰੱਖਿਆ, ਲੇਕਿਨ ਅਸੀਂ ਜਦੋਂ ਇਹ ਦੇਖ ਰਹੇ ਹਾਂ ਕਿ ਵੀ ਇਹ ਜਿਹੜਾ ਲਿਬਨਾਨ ਦੇ ਵਿੱਚ ਇਜ਼ਰਾਈਲ ਜੋ ਕਰਤੂਤਾਂ ਕਰ ਰਿਹਾ ਉਸ ਦੇ ਉੱਤੇ ਈਰਾਨ ਦੇ ਫੋਰਨ ਮਿਨਿਸਟਰ ਨੇ ਕਿਹਾ ਕਿ US ਮਸਟ ਚੂਜ਼ ਬਿਟਵੀਨ ਸੀਜ਼ ਫਾਇਰ ਔਰ ਵਾਰ ਵਾਇਆ ਇਜ਼ਰਾਈਲ। ਉਹਨਾਂ ਨੇ ਅਮਰੀਕਾ ਨੂੰ ਵੀ ਕਿਹਾ ਵੀ ਇਹ ਇਜ਼ਰਾਈਲ ਹਟ ਨਹੀਂ ਰਿਹਾ, ਇਹਦਾ ਮਤਲਬ ਹੈ ਕਿ ਤੁਸੀਂ ਸਿੱਧੇ ਸਾਡੇ ਨਾਲ ਜੰਗ ਨਹੀਂ ਕਰ ਰਹੇ, ਵਾਇਆ ਇਜ਼ਰਾਈਲ ਕਰ ਰਹੇ ਹੋ, ਔਰ ਜੇ ਇਵੇਂ ਹੀ ਰਿਹਾ ਤਾਂ ਫਿਰ ਇਹ ਜਿਹੜਾ ਹੈ ਇਹ ਗੱਲ ਅੱਗੇ ਤੁਰਨੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਸ਼ਹਬਾਜ਼ ਸ਼ਰੀਫ ਨੇ ਵੀ ਜਿਹੜਾ ਹਾਈਲਾਈਟ ਕੀਤਾ ਸੀ ਉਹਦੇ 'ਚ ਇਹ ਲਿਖਿਆ ਸੀ ਕਿ ਇਹਦੇ 'ਚ ਇਨਕਲੂਡਡ ਲੈਬਨਾਨ ਦਾ US ਮਸਟ ਚੂਜ਼ ਸੀਜ਼ ਫਾਇਰ ਔਰ ਕੰਟੀਨਿਊਡ ਵਾਰ ਵਾਇਆ ਇਜ਼ਰਾਈਲ, ਇਟ ਕੈਨ ਨਾਟ ਹੈਵ ਬੋਥ, ਕਿ ਵੀ ਤੁਸੀਂ ਦੋਵੇਂ ਨਹੀਂ ਕਰ ਸਕਦੇ ਵੀ ਸਾਡੇ ਨਾਲ ਕਹੋ ਜੀ ਜੰਗਬੰਦੀ ਹੈ ਤੇ ਇਜ਼ਰਾਈਲ ਜਿਹੜਾ ਹੈ ਉਹ ਲਿਬਨਾਨ ਦੇ ਉੱਤੇ ਇਵੇਂ ਹੀ ਜਿਹੜਾ ਉਹ ਹਮਲਾ ਕਰਦਾ ਰਹੇ। ਕਿਉਂਕਿ ਜਿਹੜਾ ਕੱਲ੍ਹ ਇਜ਼ਰਾਈਲ ਨੇ ਪਿਛਲੀ ਰਾਤ ਹਮਲਾ ਕੀਤਾ ਬੈਰੂਤ ਦੇ ਉੱਤੇ, ਉਹਦੇ 'ਚ ਬਹੁਤ ਜ਼ਿਆਦਾ ਤਬਾਹੀ ਕੀਤੀ ਹੈ ਔਰ ਬਹੁਤ ਸਾਰੀਆਂ ਜਿਹੜੇ ਘਰ ਤਬਾਹ ਕੀਤੇ, ਸਿਵਿਲੀਅਨ ਵੀ ਉਹਨਾਂ ਨੇ ਆਪਣੇ ਨਿਸ਼ਾਨੇ 'ਤੇ ਲਏ ਹੋਏ ਨੇ, ਔਰ ਇਸ ਦੇ ਉੱਤੇ ਕਿੰਨਾ ਨੁਕਸਾਨ ਹੋਇਆ ਜਾਂ ਕੀ ਹੈ ਉਸ ਦੇ ਉੱਤੇ ਇਹ ਅੰਦਾਜ਼ਾ ਕਿ ਸਭ ਤੋਂ ਇਹਨਾਂ 40 ਦਿਨਾਂ ਦੇ ਵਿੱਚ ਲੈਬਨਾਨ ਦੇ ਲੋਕਾਂ ਲਈ ਕਹਿਰਾਂ ਭਰੀ ਰਾਤ ਸੀ। ਬਹੁਤ ਜਿਹੜਾ ਤਬਾਹੀ ਜਿਹੜੀ ਹੈ ਉਹ 800 ਤੋਂ ਜ਼ਿਆਦਾ ਜ਼ਖਮੀ ਔਰ ਦਰਜਨਾਂ ਜਿਹੜੇ ਡੈਥ ਜਿਨ੍ਹਾਂ ਦੇ ਵਿੱਚ ਬੀਬੀਆਂ ਔਰ ਬੱਚੇ ਵੀ ਸ਼ਾਮਲ ਨੇ। ਔਰ ਇਹ ਹੁਣ ਇਹ ਸਾਰਿਆਂ ਨੂੰ ਇਹ ਦੇਖਣਾ ਹੋਏਗਾ ਕਿ ਕੀ ਇਜ਼ਰਾਈਲ ਆਪਣੇ ਨੈਫੇਰੀਅਸ ਏਜੰਡੇ ਦੇ ਵਿੱਚ ਕਾਮਯਾਬ ਹੋਏਗਾ ਕਿ ਉਹਨੂੰ ਡੀਰੇਲ ਕਰ ਸਕੇਗਾ ਕਿ ਨਹੀਂ। ਸੋ ਅਸੀਂ ਹੋਪ ਕਰਦੇ ਹਾਂ ਕਿ ਇਕੱਲਾ ਇਹ ਸੀਜ਼ ਫਾਇਰ ਹੀ ਹੋਲਡ ਨਹੀਂ ਕਰੇ, ਵੀ ਉਹ ਕਰੇਗਾ ਹੀ, ਹੋਪ ਦੇ ਨਾਲ ਅਸੀਂ ਇਹ ਕਰਦੇ ਹਾਂ। ਔਰ ਸਾਡੀ ਅੱਖ ਸਭ ਦੀ ਹੁਣ ਜਿਹੜੇ ਵੀ ਦੁਨੀਆ ਦੇ ਵਿੱਚ ਦੇਖਦੇ ਨੇ ਕਿ ਵੀ ਜਿਹੜਾ ਇਸਲਾਮਾਬਾਦ ਡਾਇਲੋਗ ਜਿਹੜਾ 10 ਅਪ੍ਰੈਲ ਤੋਂ ਇਸਲਾਮਾਬਾਦ 'ਚ ਸ਼ੁਰੂ ਹੋਏਗਾ ਉਹ ਵੀ ਕਾਮਯਾਬੀ ਨਾਲ ਨਿਬੜੇ। ਔਰ ਅਸੀਂ ਡਿਸਕਸ ਕਰਾਂਗੇ ਕਿ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਜਦੋਂ ਸੀਜ਼ ਫਾਇਰ ਕਰਨਾ 2 ਹਫ਼ਤੇ ਲਈ ਮੰਨਿਆ, ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਭਾਈ ਜਿਹੜਾ 10 ਨੁਕਾਤੀ ਏਜੰਡਾ ਜਾਂ ਫਾਰਮੂਲਾ ਈਰਾਨ ਨੇ ਦਿੱਤਾ ਹੈ ਉਹ ਬੇਸਿਸ ਬਣ ਸਕਦਾ ਹੈ ਗੱਲਬਾਤ ਦਾ। ਸੋ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਰੈਕਗਨੀਸ਼ਨ ਹੈ ਜੋ ਈਰਾਨ ਦਾ ਏਜੰਡਾ ਹੈ ਉਸ ਦੀ। ਸੋ ਅਸੀਂ ਇਸ ਦੇ ਉੱਤੇ ਵੀ ਆਉਣ ਵਾਲੇ ਸੈਗਮੈਂਟਸ ਦੇ ਵਿੱਚ ਗੱਲਬਾਤ ਕਰਾਂਗੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੌਥ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ, ਵੀਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਆ ਵੀਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।